ਹੈਲੋ ਦੋਸਤੋ, ਮੋਸਟ ਵੈਲਕਮ ਹਿੰਦੀ ਦੇ ਕੋਰ ਲੈਕਚਰ ਦੇ ਵਿੱਚ। ਤਾਂ ਜਿਵੇਂ ਤੁਸੀਂ ਦੇਖ ਹੀ ਲਿਆ, ਹੁਣ ਟਾਈਟਲ ਵੀ ਪੜ੍ਹ ਲਿਆ ਹੋਣਾ ਕਿ ਅੱਜ ਆਪਾਂ ਫੇਰ ਕਰਨੇ ਆਪਾਂ ਵਰਨ ਵਿਚਾਰ ਦੇ MCQ। ਠੀਕ ਹੈ, ਤੁਹਾਨੂੰ ਪਹਿਲਾਂ ਵੀ ਪਤਾ ਕਿ ਆਪਾਂ ਬਹੁਤ ਡਿਟੇਲਡ MCQ ਕੀਤੇ ਹੋਏ ਆ। ਜਿਹੜੇ ਬੱਚਿਆਂ ਨੇ ਪੁਰਾਣੀਆਂ ਕਲਾਸਿਸ ਪਹਿਲਾਂ ਨਹੀਂ ਲਾਈਆਂ, ਪਹਿਲਾਂ ਥਿਊਰੀ ਵਾਲੀਆਂ ਲਾ ਲਓ, ਫਿਰ MCQ ਤੇ ਆ ਜਾਓ। ਠੀਕ ਹੈ, ਕਿਉਂਕਿ ਇਸ ਤੋਂ ਵਧੀਆ MCQ ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣਾ 100% ਦਿੱਤਾ ਹੈ ਇਹਨਾਂ MCQ ਨੂੰ ਬਣਾਉਣ ਤੇ। ਜਿੰਨਾ ਡੀਪ, ਜਿੰਨਾ ਕਹਿ ਲਓ ਕਿ ਉਹਨੂੰ ਮੋਲਡ ਕੀਤਾ ਜਾ ਸਕਦਾ ਕੁਐਸਚਨ ਨੂੰ, ਸਿੰਪਲ ਕੁਐਸਚਨ ਨੂੰ ਵੀ ਮੋਲਡ ਕਰਕੇ ਬੜੇ ਵਧੀਆ ਵੇ ਨਾਲ ਲਿਖਿਆ ਹੋਇਆ। ਤਾਂ ਹੁਣ ਤੁਹਾਡਾ ਕੰਮ ਕੀ ਹੈ, ਸਿਰਫ ਉਹਨੂੰ ਸਮਝਣਾ ਤੇ ਉਹਦਾ ਆਨਸਰ ਕਰਨਾ। ਐਕਸਪਲੇਨ ਮੈਂ ਫਿਰ ਵੀ ਕਰੀ ਚੱਲੂੰਗਾ ਨਾਲ ਨਾਲ। ਠੀਕ ਹੈ, ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਸਿਰਫ 1 ਮਿੰਟ ਦੀ, ਕਿ ਜਿਹੜੇ ਬੱਚਿਆਂ ਨੇ ST ਨੰਬਰ ਲਈ ਅਪਲਾਈ ਨਹੀਂ ਕੀਤਾ ਤਾਂ ਡਿਸਕ੍ਰਿਪਸ਼ਨ ਵਿੱਚ ਟੈਲੀਗ੍ਰਾਮ ਗਰੁੱਪ ਦਾ ਲਿੰਕ ਹੈਗਾ, ਤਾਂ ਉੱਥੇ ਜਾ ਕੇ ਅਪਲਾਈ ਕਰ ਸਕਦੇ ਆ। ਉੱਥੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜੂ ਕਿ ST ਨੰਬਰ ਹੈ ਕੀ। ਠੀਕ ਹੈ, ਤਾਂ ਚਲੋ ਸ਼ੁਰੂ ਕਰਦੇ ਹਾਂ ਫਸਟ ਕੁਐਸਚਨ ਤੋਂ। ਫਸਟ ਕੁਐਸਚਨ ਕੀ ਹੈ ਆਪਣੇ ਕੋਲੇ, ਧਿਆਨ ਨਾਲ ਸੁਣ ਲਿਓ। ਇਹ ਚੀਜ਼ਾਂ ਬਹੁਤ ਘੱਟ ਬੱਚਿਆਂ ਨੇ ਕੀਤੀਆਂ ਹੋਣਗੀਆਂ। दो विभिन्न, ठीक है, दो भिन्न स्वरों से मिलने से जो स्वर बनता है उसको क्या कहते हैं। कल आप एक चीज की सीगी कि दो ਜਿਹੜੇ ਸਵਰ ਸੀਗੇ ਇੱਕੋ ਜਿਹੇ ਸੀਗੇ, ਠੀਕ ਹੈ, ਉਹਨਾਂ ਨੂੰ ਮਿਲ ਕੇ ਇੱਕ ਸਵਰ ਬਣਦਾ ਸੀ, ਉਹਨੂੰ ਕੀ ਕਹਿੰਦੇ ਆ। ਪਰ ਅੱਜ ਇੱਥੇ ਕੀ ਚੇਂਜਸ ਹੈ, ਅੱਜ ਇੱਥੇ ਚੇਂਜ ਹੈ ਦੋ ਭਿੰਨ ਸਵਰ ਹੈ। ਕੱਲ ਕੀ ਸੀਗੇ, ਕੱਲ ਸੀ ਸਮਾਨ ਸਵਰ, ਅੱਜ ਕੀ ਹੈ ਭਿੰਨ ਹੈ। ਮਤਲਬ ਅਲੱਗ-ਅਲੱਗ ਸਵਰ ਨੂੰ ਮਿਲ ਕੇ ਇੱਕ ਸਵਰ ਬਣਦਾ, ਉਹਨੂੰ ਕੀ ਕਹਿੰਦੇ ਆਪਾਂ। ਆਪਸ਼ਨਾਂ ਕੀ ਹੈ, ਸੰਯੁਕਤ ਸੰਧੀ ਸਵਰ, ਦੀਰਘ ਸੰਧੀ, ਸਵਰਨ, ਅਨੁਸਵਰ ਯੁਕਤ। ਤਾਂ ਆਪਣਾ ਰਾਈਟ ਆਨਸਰ ਕੀ ਆਊਗਾ ਇਹਦਾ। ਤਾਂ ਇਹਦੇ ਵਿੱਚ ਕੀ ਹੈ ਆਪਣੇ ਕੋਲ ਰਾਈਟ ਆਨਸਰ, ਰਾਈਟ ਆਨਸਰ ਆਪਣੇ ਕੋਲ ਆਊਗਾ ਸੰਯੁਕਤ ਸੰਧੀ ਸਵਰ। ਠੀਕ ਹੈ, ਸੰਯੁਕਤ ਸੰਧੀ ਸਵਰ ਆਊਗਾ। ਕਿਵੇਂ ਦੇਖ ਲਓ, ਹੁਣ ਮੈਂ ਦੱਸ ਦਿੰਦਾ। ਪਹਿਲਾਂ ਤਾਂ ਸੰਯੁਕਤ ਸੰਧੀ ਵਾਲੇ ਆਪਣੇ ਕੋਲ ਕਿਹੜੇ ਹੁੰਦੇ ਆ। ਠੀਕ ਹੈ, ਇਹ ਵੀ ਚੀਜ਼ਾਂ ਮੈਂ ਦੱਸੀਆਂ ਹੋਈਆਂ ਪਹਿਲਾਂ ਕਿ ਕਿਹੜੇ ਕਿਹੜੇ ਆ, ਕਿੰਨੇ ਆ, ਸਾਰੇ ਦੱਸੇ ਹੋਏ ਆ। ਤਾਂ ਹੁਣ ਦੇਖ ਲਓ ਕਿਵੇਂ ਕਿਵੇਂ। ਕੱਲ ਆਪਾਂ ਕੀ ਕੀਤਾ ਸੀ, ਦੀਰਘ ਸੰਧੀ ਸਵਰ ਦੇ ਵਿੱਚ ਆ ਬਣ ਗਿਆ ਸੀ ਨਾ, ਆ ਸੇਮ ਸਵਰ। ਠੀਕ ਹੈ, ਸਮਾਨ ਸਵਰ ਸੀਗੇ ਜਿਹੜੇ, ਉਹਨਾਂ ਨੂੰ ਮਿਲ ਕੇ ਬਣ ਗਿਆ ਸੀਗਾ। ਅੱਜ ਕੀ ਹੈ, ਅਲੱਗ-ਅਲੱਗ ਆਪਣੇ ਕੋਲੇ। ਅਲੱਗ-ਅਲੱਗ ਕਿਵੇਂ ਹੈ, ਅ ਪਲਸ ਈ। ਠੀਕ ਹੈ, ਅਈ ਅਈ ਬਣ ਗਿਆ ਨਾ, ਕਲੀਅਰ ਹੈ। ਇੱਕ ਹੋਰ ਐਗਜ਼ਾਮਪਲ ਲੈ ਲਓ ਇਹਦੀ ਤੁਸੀਂ, ਹੋਰ ਐਗਜ਼ਾਮਪਲ ਇੱਕ ਹੋਰ ਲਓ, ਆ ਪਲਸ ਅ ਪਲਸ ਊ। ਠੀਕ ਹੈ, ਮਾਤਰਾ ਨਹੀਂ ਲੱਗਣੀ ਵਾਲੀ, ਕੱਲਾ ਅ ਆਏਗਾ, ਅ ਪਲਸ ਊ ਦੀਰਘੂ। ਕਲੀਅਰ ਹੈ। ਇਹਨਾਂ ਨੂੰ ਆਪਾਂ ਕੀ ਕਵਾਂਗੇ, ਜੇ ਤੁਹਾਨੂੰ ਕੀ ਪੁੱਛ ਲੇ ਤਾਂ ਇਹ ਆਪਣੇ ਕੋਲ ਕੀ ਹੈ, ਸੰਯੁਕਤ ਸੰਧੀ ਸਵਰ। ਠੀਕ ਹੈ, ਸੰਯੁਕਤ ਸੰਧੀ ਸਵਰ ਹੈ। ਕਲੀਅਰ ਹੈ, ਸਾਰੀਆਂ ਚੀਜ਼ਾਂ ਮੈਂ ਪਹਿਲਾਂ ਵੀ ਦੱਸੀਆਂ ਹੋਈਆਂ। ਚਲੋ ਅੱਗੇ ਚੱਲਦੇ ਹਾਂ। ਇੱਕ ਬਹੁਤ ਵਧੀਆ ਕੁਐਸਚਨ ਅੱਗੇ ਵਾਲਾ, ਬਹੁਤ ਬੱਚਿਆਂ ਨੇ ਤਾਂ ਸੁਣਿਆ ਹੀ ਨਹੀਂ ਹੋਣਾ, ਪਰ ਮੈਂ ਨਿੱਕਾ ਜਿਹਾ ਹਿੰਟ ਜ਼ਰੂਰ ਦਿੱਤਾ ਸੀ ਜਦੋਂ ਮੈਂ ਸਮਝਾਈ ਜਾਂਦਾ ਸੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ, ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਡਿਟੇਲ 'ਚ ਵੀ ਦੱਸਿਆ ਹੋਇਆ। ਚਲੋ ਅਗਲਾ ਕੀ ਹੈ, ਉਚਾਰਨ ਕੇ ਕਾਲਮਾਨ ਕੋ ਕਿਆ कहते हैं। ਵਰਨ ਵਿਚਾਰ ਦੇ ਕੁਐਸਚਨ ਹੈ। ਜਿਹੜੇ ਬੱਚਿਆਂ ਦੇ ਦਿਲ 'ਚ ਡਾਊਟ ਹੋਵੇ ਤਾਂ ਇਹ ਨਾ ਕਿਉਂ ਕਿ ਮੈਂ ਕਰਾਇਆ ਨਹੀਂ ਹੋਇਆ, ਇਹ ਕਰਵਾਇਆ ਵੀ ਹੋਇਆ। ਠੀਕ ਹੈ, ਕਰਵਾਇਆ ਵੀ ਹੋਇਆ। ਤਾਂ ਇਹਦੇ ਵਿੱਚ ਕੀ ਪੁੱਛਿਆ ਉਹਨਾਂ ਨੇ, ਥੋੜਾ ਜਿਹਾ ਧਿਆਨ ਦਵੋਗੇ ਤਾਂ ਤੁਹਾਡੇ ਸਾਹਮਣੇ ਆਨਸਰ ਆ ਜਾਣਾ ਸਾਰਾ ਹੀ। ਹੁਣ ਜਿਹੜਾ ਦੇਖੋ, उच्चारण के कालमान को, ठीक है, क्या कहते हैं। स्वर्ण, उपसर्ग, मात्रा, सभी। ਤਾਂ ਆਪਣਾ ਰਾਈਟ ਆਨਸਰ ਇਹਦੇ ਵਿੱਚ ਕੀ ਆਊਗਾ। ਰਾਈਟ ਆਨਸਰ ਤੋਂ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ। ਮੈਂ ਇੱਕ ਸਭ ਤੋਂ ਪਹਿਲਾਂ ਜਦੋਂ ਆਪਾਂ ਕੀਤੀ ਸੀਗੀ ਵੰਡ, ਠੀਕ ਹੈ, ਜਦੋਂ ਉਹਨਾਂ ਨੂੰ ਭਾਗਾਂ ਦੇ ਵਿੱਚ ਵੰਡਿਆ ਸੀਗਾ, ਉਦੋਂ ਮੈਂ ਕੀ ਕਿਹਾ ਸੀਗਾ, ਸਭ ਤੋਂ ਪਹਿਲਾ ਪੁਆਇੰਟ ਕੀ ਸੀਗਾ, ਉਚਾਰਨ ਤੇ ਮਾਤਰਾ ਦੇ ਆਧਾਰ ਤੇ। ਠੀਕ ਹੈ, ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਰਾਈਟ ਆਨਸਰ ਕੀ ਹੋਊਗਾ, ਉਚਾਰਨ ਦੇ ਕਾਲਮਾਨ ਨੂੰ ਆਪਾਂ ਕੀ ਕਹਿੰਦੇ ਆ, ਮਾਤਰਾ। ਤਾਂ ਆਪਣਾ ਰਾਈਟ ਆਨਸਰ ਕੀ ਆ ਗਿਆ, ਫਿਰ ਮਾਤਰਾ ਆ ਗਿਆ। ਕਲੀਅਰ ਹੈ, ਕੀ ਆ ਗਿਆ ਆਪਣੇ ਕੋਲੇ, ਉਚਾਰਨ ਕੇ ਕਾਲਮਾਨ ਕੋ ਮਾਤਰਾ कहते हैं। ਜੇ ਤੁਹਾਨੂੰ ਕੋਈ ਪੁੱਛ ਲੇ, ਠੀਕ ਹੈ, ਜੇ ਤੁਹਾਨੂੰ ਕੋਈ ਪੁੱਛ ਲੇ, ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿੰਦਾ, ਜੇ ਜ਼ਿਆਦਾ ਹੀ ਜਿਹੜਾ ਐਗਜ਼ਾਮੀਨਰ ਡੀਪਲੀ ਜਾਣ ਦੀ ਕੋਸ਼ਿਸ਼ ਕਰਦਾ ਤਾਂ ਇਦੋਂ ਡੀਪ ਜਾ ਹੀ ਨਹੀਂ ਸਕਦਾ। ਜੇ ਤੁਹਾਨੂੰ ਕੋਈ ਪੁੱਛ ਲੇ कालमान ਨੂੰ ਕਿੰਨੇ प्रकार ਵਿੱਚ ਵੰਡਿਆ ਗਿਆ, ਜਾਂ कालमान को कितने भागों में बांटा गया, कालमान के कितने भेद हैं, ठीक है, तो अपना राइट आंसर क्या होगा, 2। ਕਿਹੜੇ ਕਿਹੜੇ ਹੈ ਲਿਖ ਲਓ, ह्रस्व स्वर ਤੇ दीर्घ स्वर, ह्रस्व स्वर ਤੇ दीर्घ स्वर। मैं ਤੁਹਾਨੂੰ ਵਾਰ-ਵਾਰ ਕਹਿ ਰਿਹਾ, ਕਿਤੋਂ ਕੋਈ ਪੇਡ ਕੋਰਸ ਕਰੀ ਚੱਲਿਓ, ਇਹ ਚੀਜ਼ਾਂ ਦੇਖਣ ਨੂੰ ਮਿਲਣੀਆਂ ਹੀ ਨਹੀਂ ਤੁਹਾਨੂੰ। ਸਿਰਫ ਉਹ ਇਹ ਕਹਿ ਦਿੰਦੇ ਤੁਹਾਡੇ ਸਿਲੇਬਸ 'ਚ ਨਹੀਂ, ਜਾਂ ਲੇਟ ਹੈ, ਜਾਂ ਕਹਿ ਲਓ कि ज़्यादा डीप नहीं जाना चाहते हो, उत्तों बस करा के कहेंगे सिलेबस पूरा हो गया। नहीं, मैं पूरा डीप कराऊंगा थानू। क्लीयर हो गया। जे थानू कोई पूछ ले कालमान के कितने भेद हैं,
ਤਾਂ ਦੋ ਆਨਸਰ ਆਊਗਾ ਕਿਹੜੇ ਕਿਹੜੇ, ह्रस्व ਤੇ ਦੀਰਘ ਸਵਰ। ਤੇ ਕਾਲਮਾਨ ਨੂੰ ਕੀ ਕਹਿੰਦੇ ਆ, ਉਹਨੂੰ ਕਹਿੰਦੇ ਆ ਮਾਤਰਾ। ठीक है, उच्चारण के कालमान ਨੂੰ इस चीज़ का ध्यान रखना है। उच्चारण के स्थान का अलग हो जाऊगा, उच्चारण के इकला उच्चारण के कालमान पूछा तो अपना राइट आंसर क्या होगा, मात्रा। ठीक है, चलो नेक्स्ट चलते हैं आप। नेक्स्ट की अपने को समान स्थान और प्रयत्न उत्पन्न होने वाले स्वरों को क्या कहते हैं। मैं बार बार कह रहा सारिया चीज़ां कराइया हुई, बड़ा उदों की हो गया सी उहदे विच कि सौखे सौखे क्वेश्चन आप सारे कर चुके हैं। ठीक है, तो हुण औखे नहीं कहो इन्हों, ये टिपिकल क्वेश्चन जिन्हों ते तुसीं की क्वेश्चन ते ध्यान देना होंगे, फोकस ते आंसर तुहाडे आटोमैटिक सामने पिया होगा। ये मैं कराया होया पहला। ठीक है, चलो आप चलते हैं इहदे विच। इहदे विच की है अपने कोले, इहदे नाल दा एक अगे रलदा मिलदा क्वेश्चन उहदे च तुहानूं पूरा डिटेल च दस दूंगा। जिहड़े बच्चों नहीं पता क्वेश्चन फिर सुन लो। समान स्थान, समान स्थान का मतलब सेम, सेम स्थान का मतलब की हुंदा अपने कोले कोई जगह। ठीक है, सेम जगह और प्रयत्न उत्पन्न होने वाले स्वरों को क्या कहते हैं। हुण वेखो इहदे विच की गल कीती गई, पहलां देख लो दीर्घ संधि स्वर, स्वर्ण, अनुस्वर ते विसर्ग। तो अपना राइट आंसर क्या आऊगा, स्वर्ण। ठीक है, राइट आंसर क्या आऊगा अपने कोले, स्वर्ण। हुण कहोगे सर ये किवें आ गया, एक की चीज़ है, बहुत बच्चों ते ध्यान च नहीं होना कि ये चीज़ की है। हुण दस दिना मैं अगले क्वेश्चन तो बाद। सजातीय स्वर को पहचानो। हुण नीचे सजातीय स्वर दिते हुए है। ठीक है, सजातीय स्वर दिते हुए है, इन्हों पहचानना है। नीचे स्वर देख लो, आंसर कर दो जिहड़े बच्चों ने करना है। तो मैं तुहानूं दस देना सजातीय स्वर हुंदे की है, सजातीय स्वर हुंदे अपने को, ध्यान नाल सुन लियो। समान स्थान है, ठीक है, समान स्थान, उहदे विच की है और प्रयत्न, समान स्थान या प्रयत्न सेम होगा। ठीक है, स्थान या प्रयत्न सेम होगा तो उनके तो जोड़े भी स्वर उत्पन्न होंगे उन्होंने आप की कहांगे, सजातीय। इनकी एग्जाम्पल दूंगा मैं उदों क्लीयर होगा जब मैं थोड़ा एक चीज़ पहला कही सी, जे मैं टिपिकल हिंदी या पूरी प्रॉपर डीप हिंदी कराने लग गया फिर तुम कहोगे सर ये ना समझाओ। मैं ताई मात भाषा के एक्सप्लेन करता रहना सौखे सौखे करके। तो अपना इनका राइट आंसर क्या होगा, नंबर 4। ठीक है, इनका राइट आंसर क्या होगा, नंबर 4। चलो हुण दोनों क्वेश्चन समझ लियो ध्यान नाल सारे बच्चे। हुण इहदे विच वेखो इत्थे की गल कीती है, स्वरन दी। ठीक है, तो इत्थे की गल कीती है, सजातीय स्वर दी। हुण स्वरन ते सजातीय स्वर, स्वरन ते सजातीय स्वर, ये दोनों की है, सेम है। ठीक है, मतलब जे तुहानूं ये भी पूछा जाए, एक और क्वेश्चन नोट कर लियो जिहड़े बच्चे करी जांदे आ, सजातीय स्वर का दूसरा नाम स्वरन, स्वरन का दूसरा नाम सजातीय स्वर, दो हो गए। हुण ये हुंदे की है, सिंपल जमा सिंपल बच्चों वाली भाषा दसूंगा, ज़्यादा टिपिकल हुण दो बारी दसदा मैं, जिहड़े बच्चे नहीं पता लग्या उन्होंने नहीं पता लगना। हुण जिहड़ा मैं दसन जा रहा सारिਆਂ ਦੇ दिमाग 'ਚ बैठ जाऊगा। जदों तां ठीक है, जदों भी ध्यान नाल सुन लियो, जदों भी सेम कैटेगरी दे, ध्यान नाल सुनी चलियो, सेम पेयर सेम फैमिली चो कोई भी स्वर आऊगा वो कादे च होऊगा, सजातीय दे विच। ठीक है, वो कादे दे विच होऊगा, सजातीय दे विच। हुण सर एग्जाम्पल भी दिओ, इन्हां नूं आपां जे प्योर पंजाबी दे विच कह दईए तां रलदे मिलदे। ठीक है, रलदे मिलदे, रलदे मिलदे किवें हो गए। हुण एग्जाम्पल ले लो एक होर। हुण मान लो मैं पहलां की दित्ता सी, आई वाला, आ वाला, ऊ वाला ते अ वाला। हुण देखो जे तुहानूं कोई कहे ई तो बाद की आंदा दीर्घ ई, तां इह की हो गया, एक पेयर हो गया, एक काहदे च ऐड हो गया हुण, स्वरन दे विच, जिन्हों तुसीं सजातीय भी कह दिंदे आ। तो बाद पहला की आंदा, ये भी पेयर दे विच ऐड हो गया ना, तो यह भी की बन गया, स्वर्ण बन गया तुहाडा। हुण क्लीयर होने लग गए। ऊ तो बाद दीर्घ ऊ आंदा, ये भी काहदे च ऐड हो गया, स्वरन, जिन्हों तुसीं सजातीय कह दिंदे आ। ते इह मैं लिखिया ही होया सीगा, मतलब की है जिहड़े सेम होण। ठीक है, जिहड़े सेम तुहानूं जे तुहानूं कोई पुछ ले, जे तुहानूं कोई पुछ ले इत्थे कि स्वरन तो इलावा, ठीक है, एक होर है वो भी नोट कर लियो, जे तुहानूं कोई पुछ ले इहदे विच विजातीय, ठीक है, विजातीय स्वर किहड़ा इहदे विचों, तां विजातीय दे विच किहड़े आउणगे, जिहड़े रलदे ना होए। ठीक है, जिहड़े ना रलदे होए, मतलब आ सारे उतले तिन्ने की है, ये विजातीय है। ये तुहानूं मैं अगली क्लास दे विच कराऊंगा, जे तुसीं भुल जाने तां हुण नहीं भुलदे, बस हुण कदे भी नहीं भुल्लोगे जिन्ना मैं तुहानूं एक्सप्लेनेशन दे दी। सजातीय स्वर हुंदे आ सेम टू सेम, जिहड़े इक्को ही पेयर दे विचों, ठीक है,
ਇੱਕੋ ਹੀ ਕੈਟੇਗਰੀ ਦੇ ਵਿੱਚੋਂ ਸੰਬੰਧ ਰੱਖਦੇ ਹੋਣ, ਜਿਵੇਂ ਛੋਟੀ ਮਾਤਰਾ ਵੱਡੀ ਮਾਤਰਾ, ਜਿਵੇਂ ਈ ਤੇ ਦੀਰਘੀ ਇਹ ਦੋਨੋਂ ਕੀ ਸਜਾਤੀ ਹੈ, ਜੇ ਈ ਤੇ ਊ ਆ ਜੇ ਇਹ ਵਿਜਾਤੀ ਹੈ। ਕਲੀਅਰ ਹੈ। ਚਲੋ ਨੈਕਸਟ ਚੱਲਦੇ ਹਾਂ ਆਪਾਂ। ਮੈਂ ਵਾਰ-ਵਾਰ ਕਹਿ ਰਿਹਾ ਸੀ ਕਿ ਇਹ ਚੀਜ਼ਾਂ ਬਹੁਤ ਤੁਹਾਨੂੰ ਕਨਫਿਊਜ਼ ਕਰਨਗੀਆਂ, ਪਰ ਮੈਂ ਪਹਿਲਾਂ ਕਲੀਅਰ करा दूंगा, इस बाद ਤੁਹਾਨੂੰ एग्जामिनर पूछ ही नहीं सकता कुछ भी। पंचम अक्षर बिंदु कितने वर्णों के साथ लगता है? पंचम अक्षर बिंदु है ਜਿਹੜਾ ਉਹ ਕਿੰਨੇ ਵਰਨਾਂ ਦੇ ਨਾਲ ਲੱਗਦਾ? ਹੁਣ ਜਿਹੜੇ ਬੱਚਿਆਂ ਨੇ ਤਾਂ ਪਹਿਲਾਂ ਕਲਾਸ ਲਾਈ ਹੋਊਗੀ ਉਹ ਤਾਂ ਸਮਝ ਗਏ ਹੋਣਗੇ, ਪਰ ਜਿਹੜਿਆਂ ਨੇ ਨਹੀਂ ਲਾਈ ਹੋਈ ਉਹਨਾਂ ਨੂੰ ਭੁੱਲ ਗਏ ਹੋਣੇ ਆ ਪੰਚਮ ਅਕਸ਼ਰ ਹੁੰਦਾ ਕੀ ਹੈ। ਹੁਣ ਦੇਖੋ ਉੱਪਰ ਵਾਲੀ ਕੀ ਹੁੰਦੀ ਹੈ, ਆ ਮੰਨ ਲਓ ਇੱਕ ਵਰਨ ਲਿਖਿਆ ਹੋਇਆ ਹੈ, ਇੱਕ ਵਿਅੰਜਨ ਲਿਖਿਆ ਹੋਇਆ, ਇਹਦੇ ਜਿਹੜੇ ਉੱਪਰ ਵਾਲੀ ਲਾਈਨ ਕੋਈ ਵੀ ਸ਼ਬਦ ਦੇ ਉੱਪਰ ਵਾਲੀ ਲਾਈਨ ਨੂੰ ਆਪਾਂ ਕੀ ਕਹਿੰਦੇ ਆ? ਸ਼ਿਰੋ ਰੇਖਾ। ਸ਼ਿਰੋ ਰੇਖਾ ਕਹਿੰਦੇ ਆ ਨਾ, ਸੁਣੀ ਚੱਲਿਓ, ਮੈਂ ਦੁਬਾਰਾ ਫਿਰ ਐਕਸਪਲੇਨ ਕਰੀ ਜਾਂਦਾ। ਸ਼ਿਰੋ ਰੇਖਾ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ ਨੈਕਸਟ ਆਪਣੇ ਕੋਲੇ? ਸ਼ਿਰੋ ਰੇਖਾ। ਸ਼ਿਰੋ ਰੇਖਾ ਲਓ, ਤੇ ਜੇ ਹੁਣ ਆਪਾਂ ਇਹਨੂੰ ਇਰੇਜ਼ ਕਰਕੇ ਜਿਹੜੀ ਵਿੱਚ ਇਹਦੇ ਲਾਈਨ ਵੱਜੀ ਹੋਈ ਸੀ ਉਹਨੂੰ ਕੀ ਕਹਿੰਦੇ ਆ? ਖੜੀ ਪਾਈ। ਉਹਨੂੰ ਕੀ ਕਹਿੰਦੇ ਆ? ਖੜੀ ਪਾਈ। ਕਲੀਅਰ ਹੈ। ਹੁਣ ਜਦੋਂ ਵੀ ਇਹਨਾਂ ਦੇ ਨਾਲ ਕੀ ਹੈ, 4 ਪੁਆਇੰਟ ਲੱਗਦੇ ਆ, ਇੱਥੇ ਉੱਪਰ ਵਾਲੇ ਨੂੰ ਆਪਾਂ ਕੀ ਕਹਿ ਦਿੰਦੇ ਆ? ਅਨੁਸਵਰ। ਇੱਧਰ ਵਾਲੇ ਨੂੰ ਕੀ ਕਹਿ ਦਿੰਦੇ ਆ? ਨੁਕਤਾ। ਇੱਧਰ ਵਾਲੇ ਨੂੰ ਕੀ ਕਹਿ ਦਿੰਦੇ ਆ? ਤਾੜਨਜਾਤ ਚਿੰਨ। ਠੀਕ ਹੈ। ਤੇ ਇਹ ਕੀ ਆ ਆਪਣੇ ਕੋਲੇ? ਪੰਚਮ ਅਕਸ਼ਰ। ਤੇ ਮੈਂ ਤੁਹਾਡੇ ਤੋਂ ਕੁਐਸਚਨ 'ਚ ਕੀ ਪੁੱਛਿਆ? ਹੁਣ ਮੈਂ ਪੁੱਛਿਆ ਕਿ ਪੰਚਮ ਅਕਸ਼ਰ ਕਿੰਨੇ ਵਰਨਾਂ ਦੇ ਨਾਲ ਲੱਗਦਾ, ਤਾਂ ਉਹ ਆਊਗਾ ਆਪਣਾ ਰਾਈਟ ਆਨਸਰ ਸਿਰਫ ਇੱਕ ਦੇ ਨਾਲ ਲੱਗਦਾ। ਹੁਣ ਸਰ ਕਿਹੜਾ, ਇਹ ਵੀ ਦੱਸ ਦਿਓ। ਇਹ ਹੈਗਾ ਕ ਵਰਗ ਦਾ। ਕ ਵਰਗ ਦਾ ਕਿਹੜਾ ਹੋ ਸਕਦਾ? ਜਿਹੜੇ ਬੱਚਿਆਂ ਨੇ ਤਾਂ ਪੜ੍ਹਿਆ ਹੋਣਾ ਜਲਦੀ ਜਲਦੀ ਕਮੈਂਟ ਕਰਕੇ ਦੱਸ ਵੀ ਸਕਦੇ ਹੋ ਤੁਸੀਂ। ਠੀਕ ਹੈ। ਜਿਹੜੇ ਬੱਚੇ ਪੜ੍ਹਦੇ ਰਹਿੰਦੇ ਆ ਨਾਲ ਨਾਲ ਇਹਨਾਂ ਚੀਜ਼ਾਂ ਨੂੰ ਜ਼ਰੂਰ ਨੋਟ ਕਰਿਆ ਕਰੋ। ਇਹੀ ਚੀਜ਼ਾਂ ਤੁਹਾਨੂੰ ਕੀ ਹੈ ਐਗਜ਼ਾਮ ਦੇ ਵਿੱਚ ਸੌਖਾ ਕਰ ਦੇਣਗੀਆਂ ਬਿਲਕੁਲ ਹੀ। ਤਾਂ ਹੁਣ ਸੁਣ ਲਓ ਕਿਹੜਾ ਕ ਵਰਗ ਦਾ ਹੈਗਾ ਆਪਣੇ ਕੋਲੇ? ਪੰਜਵਾਂ ਵਰਨ। ਪੰਜਵਾਂ ਵਰਨ। ਠੀਕ ਹੈ। ਵਰਨ ਕਿਹੜਾ ਉਹ ਵਾਲਾ? ਢ। ਇਹਦੇ ਨਾਲ ਕੀ ਹੈ? ਇੱਥੇ ਲੱਗਦਾ ਪੰਚਮ ਅਕਸ਼ਰ। ਬਸ ਇੱਕ ਨਾਲ ਹੀ ਲੱਗਦਾ। ਇੱਕ ਦੇ ਵਿੱਚ ਕਿੰਨੇ ਜ਼ਿਆਦਾ MCQ ਬਣ ਗਏ ਤੁਹਾਡੇ। ਠੀਕ ਹੈ। ਇੱਕ ਤਾਂ ਤੁਹਾਨੂੰ ਦੱਸਦਾ ਜਿਹੜਾ ਮੈਂ ਬਣਾਇਆ ਉਹ ਵਾਲਾ। ਜੇ ਪੁੱਛ ਲੈਣ ਪੰਚਮ ਅਕਸ਼ਰ ਬਿੰਦੂ ਕਿਹੜਾ, ਸੌਰੀ ਪੰਚਮ ਅਕਸ਼ਰ ਵਰਨ ਕਿਹੜਾ, ਤਾਂ ਢ ਆ ਜਾਊਗਾ ਆਪਣਾ। 2 ਹੋ ਗਏ। ਜੇ ਪੁੱਛ ਲੈਣ ਕ ਵਰਗ ਦੇ ਕਿਹੜੇ ਨਾਲ ਵਰਨ ਨਾਲ ਪੰਚਮ ਅਕਸ਼ਰ ਬਿੰਦੂ ਲੱਗਦਾ, ਤਾਂ ਪੰਜਵੇਂ ਨਾਲ। 3 ਕੁਐਸਚਨ ਹੋ ਗਏ। ਉਹਦੇ ਵਿੱਚ ਕੀ ਹੈ? ਸ਼ਿਰੋ ਰੇਖਾ ਦੇ ਉੱਪਰ ਕੀ ਲੱਗਦਾ? ਅਨੁਸਵਰ ਲੱਗਦਾ। ਉਸ ਤੋਂ ਬਾਅਦ ਕੀ ਹੈ? ਸ਼ਿਰੋ ਰੇਖਾ ਦੇ ਲੈਫਟ ਕੀ ਲੱਗਦਾ? ਨੁਕਤਾ ਲੱਗਦਾ। ਸ਼ਿਰੋ ਰੇਖਾ ਦੇ ਰਾਈਟ 'ਚ ਕੀ ਲੱਗਦਾ? ਪੰਚਮ ਅਕਸ਼ਰ ਲੱਗਦਾ। ਸ਼ਿਰੋ ਰੇਖਾ ਦੇ ਨੀਚੇ ਕੀ ਲੱਗਦਾ ਆਪਣੇ ਕੋਲੇ? ਉਹ ਲੱਗਦਾ ਤਾੜਨਜਾ ਚਿੰਨ, ਜਿਹਨੂੰ ਉਤਕਸ਼ਿਪ ਚਿੰਨ ਵੀ ਕਹਿ ਦਿੰਦੇ ਹੋ ਤੁਸੀਂ। ਇੱਕ ਹੋਰ ਇਹੋ ਜਿਹਾ ਕੁਐਸਚਨ ਬਣਾਇਆ ਮੈਂ, ਅੱਗੇ ਦਿਖਾਣਾ ਤੁਹਾਨੂੰ। ਚਲੋ नुक्ता कौन सी भाषा का वर्ण है? हुणे दस्या सी ना मैं, आ शिरो रेखा, आ खड़ी पाई। खड़ी पाई दे लैफ्ट विच जिहड़ा नीचे जे करके बिंदु लगदा उहनूं आपां की कहने आ? नुक्ता। हुण मैं ये नहीं पूछया कि नुक्ता किन्नियां नाल लगदा, नुक्ता लगदा कित्थे है, ये कुछ नहीं पूछया। मैं सिर्फ ये पूछया कि नुक्ता दी जिहड़ी है लैंग्वेज की है। ठीक है। नुक्ता दी मैं लैंग्वेज पूछी है। हुण ऑप्शनां की है? हिंदी है, संस्कृत है, अरबी है, रोमन है। आंसर कर लो तुसीं। तो मैं उदों तुहानूं एक चीज़ पुछदा कि मैनूं दस के जाओ कि जिवें जिवें मैं एक्सप्लेन करदा मेरे एक्सप्लेन करन दा कुछ समझ आंदा या नहीं तुहानूं। प्लीज़ यह कमेंट जरूर करके जाओ। एक जिन्ने भी बच्चे देख रहे हो यह कमेंट एक जरूर कर दिओ, सिर्फ आप 10-10 सेकंड कढ़ के यस और नो लिख दिओ बस। जे यस लिखता तो मैं समझ जूँगी तुहानूं समझ आंदा, जे नो लिखता तो मैनूं लग जूगा पता, फिर मैं चेंजिस करने की कोशिश करूँगा कोई ना कोई। चलो हुण आपां भाषा ते चलदे हां। किहड़ी भाषा दा? यह हैगा अपने कोले अरबी दा। नुक्ता कौन सी भाषा का वर्ण है? अरबी ते फारसी नाल। ठीक है। जे फारसी भी ऑप्शन दे विच होना सी तो फारसी थोड़ा राइट हो जाना सी। क्लीयर है। जे दोनों ऑप्शन दे विच हुंदे तो फिर दोनों ही आ जाना सी आंसर। क्लीयर है ना। हुण देखो इहदे विच की है अपने कोले, मान के चलो एक वर्ण हैगा क। क दे नाल जदों नीचे नुक्ता लग जांदा, क पहलां की है? जे कल्ला क लिख दांगे ये किहड़ी भाषा दा? हिंदी दा। जदों नीचे नुक्ता लग गया ये किहड़ी भाषा दा बन गया? अरबी ते फारसी दा। ठीक है। अरबी ते फारसी दा बन गया। क्लीयर हो गया हुण? चलो नैक्सट चलते हैं। नैक्सट देखो, नैक्सट क्वेश्चन दे विच की है एक होर कह लो कि उन्होंने बनाया गया बड़े वे सिंपल वे दे नाल। लो ट वर्ग के ध्यान नाल सुन लो। ट वर्ग है जिहड़ा जदों भी वड्डा क्वेश्चन आ जाए तुहानूं मैं सोल्व करना दसदा, कोई भी सबजैक्ट होवे जदों वड्डा क्वेश्चन आ जाए उन्होंने की है पार्ट्स दे विच डिवाइड कर लिया करो। ਜਦੋਂ ਪਾਰਟਸ ਦੇ ਵਿੱਚ ਡਿਵਾਈਡ ਕਰ ਲਿਆ ਉਹਦੇ ਵਿੱਚੋਂ 2 ਜਾਂ 3 ਚੀਜ਼ਾਂ ਜ਼ਰੂਰ ਨਿਕਲਣਗੀਆਂ। ਉਹ 2-3 ਚੀਜ਼ਾਂ ਨੂੰ ਉਹਨੂੰ ਮੈਨੇਜ ਕਰਕੇ ਦੇਖੋ ਕਿ ਉਹਨਾਂ ਨੇ ਪੁੱਛਿਆ ਕੀ ਆ। ਹੁਣ ਇਹਦੇ ਵਿੱਚ ਕੀ ਹੈ? ਟ ਵਰਗ ਪੁੱਛਿਆ। ਠੀਕ ਹੈ। ਹੁਣ ਟ ਵਰਗ ਕੀ ਹੈ ਆਪਣੇ ਕੋਲੇ? ਕ ਚ ਟ। ਤਾਂ ਸਿੰਪਲ ਦੱਸ ਰਹੇ ਆ। ਟ ਵਰਗ ਕੀ ਹੈ ਆਪਣੇ ਕੋਲ? ਤੀਜੇ ਸਥਾਨ ਤੇ ਆਉਂਦਾ। ਚਲੋ ਇਹ ਤਾਂ ਆਪਾਂ ਨੂੰ ਕਲੀਅਰ ਹੋ ਗਿਆ।
ਹੁਣ ਕੀ ਹੈ तीसरे और चौथे वर्ण के साथ। ਹੁਣ ਟ ਵਰਗ ਜਿੰਨੇ ਤਾਂ ਆਂਦੇ ਆ ਵਿਅੰਜਨ ਤੁਹਾਨੂੰ, ਠੀਕ ਹੈ, ਉਹਨਾਂ ਦਾ ਪਤਾ ਹੋਊਗਾ ਟ, ਠ, ਡ, ਡ, ਇਹ ਸਾਰੇ ਲੱਗ ਜਾਂਦੇ ਆ ਨਾਲ। ਤਾਂ ਹੁਣ ਉਹਨਾਂ ਨੇ ਕੀ ਪੁੱਛਿਆ, ਉਹਨਾਂ ਨੇ ਇਹ ਪੁੱਛਿਆ ਕਿ ਕ ਜਿਹੜਾ ਟ ਵਰਗ ਹੈ ਉਹਦੇ ਤੀਸਰੇ ਤੇ ਚੌਥੇ ਵਰਨ ਹੈ, ਤੀਸਰਾ ਤੇ ਚੌਥਾ ਵਰਨ ਕਿਹੜਾ ਆਪਣੇ ਕੋਲੇ, ਆ ਦੋਨੋਂ, ਠੀਕ ਹੈ, ਉਹਦੇ ਨਾਲ ਕਿੰਦਾ ਪ੍ਰਯੋਗ ਹੋਈਏ ਕਰੀਏ, ਠੀਕ ਹੈ, ਕਿਹੜੀ ਚੀਜ਼ ਉਹਦੇ ਨਾਲ ਵਰਤੀਏ ਜਿੰਦਾ ਪ੍ਰਯੋਗ ਹੋਣ ਨਾਲ ਉਹ ਕੀ ਆਪਦਾ ਨਾਂ ਹੀ ਬਦਲ ਲੈਂਦਾ। ਮੈਂ ਦੇਖੋ ਕਿੰਨਾ ਇਹ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਣਗੀਆਂ ਕਿਤੇ ਵੀ ਤੁਹਾਨੂੰ। ਮੈਨੂੰ ਇਹ ਕੁਐਸਚਨ ਦਾ ਤੁਸੀਂ ਕਦੇ ਪੜ੍ਹਿਆ ਹੀ ਨਹੀਂ ਹੋਣਾ, ਇਹ ਤਾਂ ਮੈਂ 101% ਗਰੰਟੀ ਕਰ ਸਕਦਾ, ਕਿਉਂਕਿ ਮੈਂ ਬੜਾ ਕਹਿ ਲਓ ਕੋਸ਼ਿਸ਼ ਕੀਤੀ ਇਹਨੂੰ ਮੋਲਡ ਕਰਨ ਦੀ। ਤਾਂ ਦੇਖੋ ਕਿੰਨਾ ਮੋਲਡ ਕੀਤਾ ਤੇ ਕੁਐਸਚਨ ਬਿਲਕੁਲ ਹੀ ਸਿੰਪਲ ਹੈ, ਜਿਹੜਾ ਬੱਚਾ ਸਮਝ ਗਿਆ। ਹੁਣ ਦੇਖੋ ਇਹਦੇ ਵਿੱਚ ਆਪਾਂ ਕੀ ਚੀਜ਼ ਵਰਤਾਂਗੇ ਜਦੋਂ ਇਹ ਕੀ ਹੈ ਵਿਅੰਜਨਾਂ ਨੂੰ ਛੱਡ ਕੇ ਹੋਰ ਕੋਈ ਨਾਮ ਬਦਲ ਲੂਗਾ ਇਹ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੈ ਨੀਚੇ ਕੀ ਲਾਵਾਂਗੇ ਆਪਾਂ, ਇਹਨਾਂ ਦੋਵਾਂ ਨੂੰ ਕੀ ਕਹਿੰਦੇ ਆਪਾਂ, ਤਾੜਨਜਾਤ ਚਿੰਨ, ਤੇ ਇਹਨਾਂ ਦਾ ਇੱਕ ਹੋਰ ਨਾਮ ਕੀ ਹੈ ਉਹ ਹੈਗਾ ਉਤਕਸ਼ਿਪਤ ਚਿੰਨ। ਤਾਂ ਇਹ ਕੀ ਬਣ ਜਾਂਦੇ ਆ, ਤਾੜਨਜਾਤ ਬਣ ਜਾਂਦੇ ਆ ਫਿਰ ਇਹ, ਠੀਕ ਹੈ। ਇਹਨਾਂ ਦੇ ਇੱਕ ਦੋ ਪੁਆਇੰਟ ਦੱਸੇ ਸੀ ਮੈਂ, ਦੋ ਪੁਆਇੰਟ ਸੁਣ ਲਓ ਜਿਹੜੇ ਬੱਚੇ ਨਵੇਂ ਆ। ਇੱਕ ਤਾਂ ਸੀ ਕਿ ਹਿੰਦੀ ਵਰਨਮਾਲਾ ਦੇ ਵਿੱਚ, ਹਿੰਦੀ ਡਿਕਸ਼ਨਰੀ ਦੇ ਵਿੱਚ, ਹਿੰਦੀ ਵਿਆਕਰਨ ਦੇ ਵਿੱਚ ਇਹਨਾਂ ਤੋਂ ਕੋਈ ਵੀ ਵਰਡ ਹੈ ਜਿਹੜਾ ਸ਼ੁਰੂ ਨਹੀਂ ਹੁੰਦਾ ਇਹਨਾਂ ਦੋਨਾਂ ਚਿੰਨਾਂ ਤੋਂ ਜਿਨ੍ਹਾਂ ਦੇ ਨੀਚੇ ਤਾੜਨਜਾਤ ਲੱਗਿਆ ਹੋਵੇ, ਠੀਕ ਹੈ। ਕਿਤੇ ਕਹੀ ਚਲੋ ਸਰ ਡ ਵਾਲੇ ਤੋਂ ਤਾਂ ਅਸੀਂ ਕਰ ਲਾਂਗੇ ਸ਼ੁਰੂ, ਨਹੀਂ, ਜਿਨ੍ਹਾਂ ਦੇ ਨੀਚੇ ਤਾੜਨਜਾਤ ਲੱਗੇ ਉਹਨਾਂ ਤੋਂ ਵਰਨ ਨਹੀਂ ਸ਼ੁਰੂ ਹੋਊਗਾ, ਕੋਈ ਸ਼ਬਦ ਨਹੀਂ ਸ਼ੁਰੂ ਹੋਊਗਾ। ਦੂਸਰਾ, ਇਹਨਾਂ ਨੂੰ ਕਦੇ ਵੀ ਸਵਰ ਰਹਿਤ ਨਹੀਂ ਕੀਤਾ ਜਾ ਸਕਦਾ। ਉਹਦੇ ਰੀਜ਼ਨ ਦੱਸਿਓ ਜਾਂ ਕਲਾਸਾਂ ਲਗਾ ਲਿਓ ਜਿਹੜੇ ਬੱਚਿਆਂ ਨੇ ਨਹੀਂ ਲਗਾਈਆਂ। ਤਾਂ ਦੇਖੋ ਕੁਐਸਚਨ ਕੀ ਪੁੱਛਿਆ ਸੀ ਮੈਂ ਕਿ ਟ ਵਰਗ 'ਚ ਤੀਸਰਾ ਚੌਥਾ ਕਿਹੜਾ, ਜਿਹੜੇ ਬੱਚਿਆਂ ਨੂੰ ਤਾਂ ਆਉਂਦਾ ਹੋਊਗਾ ਉਹਨਾਂ ਨੇ ਤਾਂ ਪਛਾਣ ਲਿਆ ਹੋਣਾ ਨਾਲ ਦੀ ਨਾਲ, ਠੀਕ ਹੈ। ਵਿਅੰਜਨ ਤਾਂ ਹੀ ਮੈਂ ਕਿਹਾ ਊੜਾ ਆੜਾ ਤੁਹਾਡੀ 35 ਅੱਖਰੀ, ਤੇ ਜਿਹੜੇ ਵਿਅੰਜਨ ਹੈ ਉਹ ਜੇ ਆਉਂਦੇ ਆ ਤਾਂ ਤੁਹਾਨੂੰ ਹਿੰਦੀ ਬੜੇ ਵਧੀਆ ਵੇ ਨਾਲ ਸਮਝਾਊਂਗਾ ਮੈਂ। ਚਲੋ ਨੈਕਸਟ ਚੱਲਦੇ ਹਾਂ। नेक्स्ट की है, नेक्स्ट है क्या, किस वर्ग के चौथे वर्ण के प्राचीन रूप को अमानक वर्ण कहा जाता है। हुण इहदे विच मैं एक क्वेश्चन पाया सी टेस्ट दे विच, ठीक है, बहुत बच्चों का कि सारिਆਂ ਦਾ ਹੀ गलत सी, तो ये कहन लग गए सी कि सर तुसीं कराया नहीं। ये मैं क्वेश्चन कराया होया, आई थिंक मैं पहला भी कहा सी कि रिवीजन थोड़ी थोड़ी नाल करते रहोगे, बाकी मैं कराई जाना नाल नाल। देखो रिवीजन ही है, सीधे आंसर नहीं दस रहा तुहानूं मैं। तो इहदे विच की है, क्वेश्चन तो यह बनता सी कि मानक वर्ग किहड़ा, ठीक है, अमानक वर्ण किहड़ा, क्वेश्चन ये बनता सी, पर मैं इहनूं मोल्ड कीता। क्यों कीता, तुहानूं समझाउण वास्ते कीता, ठीक है। हुण इहदा आंसर देण तो बाद तुहानूं चंगी तरह समझा दूंगा, उस तो बाद अमानक वर्ण वाला कदे भी गलत नहीं करोगे तुसीं। लो हुण देखो इहदे विच की पुछिआ कि किहड़ा वर्ग है, वर्ग किन्ने अपने कोले, क च ट त, ठीक है। किन्ने वर्ग है अपने कोले, 5 है अपने मेन वर्ग। हुण देखो उन्होंने की किया, ਕਿਹੜੇ ਵਰਗ ਦੇ ਚੌਥੇ ਵਰਨ ਨੂੰ ਚੌਥੇ ਵਰਨ ਹੈ, ਚੌਥਾ ਵਰਨ ਹੈ, ਇਹਨਾਂ ਪੰਜਾਂ ਵਿੱਚੋਂ ਕਿਸੇ ਇੱਕ ਦਾ ਚੌਥਾ ਵਰਨ ਹੈ, ਠੀਕ ਹੈ, ਉਹਦੇ ਪ੍ਰਾਚੀਨ ਰੂਪ ਨੂੰ, ਉਹਦੇ ਪ੍ਰਾਚੀਨ ਰੂਪ ਨੂੰ ਕੀ ਕਹਿੰਦੇ ਆ, ਅਮਾਨਕ ਵਰਨ ਕਹਿੰਦੇ ਆ। ਕਿਹੜਾ ਵਰਨ ਹੈ, ਉਹ ਹੈਗਾ ਆਪਣੇ ਕੋਲੇ ਚ ਵਰਗ, ਠੀਕ ਹੈ। ਚ ਵਰਗ ਦਾ ਜਿਹੜਾ ਚੌਥਾ ਵਰਨ ਹੈ, ਠੀਕ ਹੈ। ਹੁਣ ਮੈਂ ਤੁਹਾਨੂੰ ਪਹਿਲਾਂ ਚ ਵਰਗ ਲਿਖ ਕੇ ਵਿਖਾਣਾ। ਚ ਵਰਗ ਦੇ ਵਿੱਚ ਚ सैकेंड नंबर से की आंदा अपने कोले छ ज, उस तो बाद की आंदा अपने कोले ज, उस तो बाद की आंदा अपने कोले न्य, ठीक है, आ वाला। लो हुण ये की अपने कोल च वर्ग है सारा, ते मैं की पुछया इहदे विच की है तुहाडे कोले, इहदे विच मैं की किया कि चौथा वर्ण इहदा, चौथा वर्ण किहड़ा ज, ठीक है। इहदा प्राचीन रूप किहड़ा सीगा, इहदा प्राचीन रूप अपने कोल हैगा सीगा आ वाला। क्लीयर है, आ ध्यान नाल इहनूं आपदे दिमाग 'च बिठा लो। इहनूं आपां की कहने आ, अमानक वर्ण। उदों ये भी ऑप्शन च पाया सी, पर कंप्यूटर करके जिहड़ा कह लो कंप्यूटर करके उहदे विच टाइप ही नहीं हुंदा, क्योंकि ये लुप्त हो चुक्या। ਜਾਂ ਸੰਸਕ੍ਰਿਤ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ, ਤਾਂ ਕਰਕੇ ਕੰਪਿਊਟਰ ਦੇ ਵਿੱਚ ਟਾਈਪ ਨਹੀਂ ਹੁੰਦਾ ਸੀ, ਹਿੰਦੀ ਵਿੱਚ। ਤਾਂ ਕਰਕੇ ਜਿਹੜਾ ਇਹ ਵਾਲੇ ਦਾ ਕੀ ਬਣ ਗਿਆ ਸੀ, ਆਹ ਵਾਲਾ ਬਣ ਗਿਆ ਸੀ। ਤਾਂ ਬਹੁਤ ਬੱਚਿਆਂ ਨੂੰ ਕਨਫਿਊਜ਼ਨ ਹੀ ਹੋ ਗਈ ਸੀ। ਹਾਂ ਹੁਣ ਧਿਆਨ 'ਚ ਆ ਗਿਆ। ਤਿੰਨ ਕੁਐਸਚਨ ਬਣਦੇ ਆ ਇਹਦੇ ਵਿੱਚੋਂ। ਚ ਵਰਗ ਹੈ, ਚੌਥਾ ਵਰਨ ਹੈ, ਤੇ ਉਹਦਾ ਪ੍ਰਾਚੀਨ ਰੂਪ ਹੈ, ਤੇ ਆਹ ਵਾਲਾ ਰੂਪ ਹੈ, ਠੀਕ ਹੈ। ਇਹ MCQ ਚਾਰਾਂ ਦੇ ਵਿੱਚੋਂ ਕੋਈ ਵੀ ਪੁੱਛਿਆ ਜਾ ਸਕਦਾ ਜੇ ਅਮਾਨਕ ਵਰਨ ਨੂੰ ਲੈ ਕੇ ਆਇਆ ਤਾਂ ਕੋਈ। ਚਲੋ ਇਹ ਵੀ आई थिंक क्लियर हो गया ना बच्चों ਨੂੰ। लो नेक्स्ट चलते हैं। अध्ययन की सरलता हेतु, ठीक है, व्यंजनों को कितने भागों में बांटा गया। ये सब तो पहला पार्ट कराया सी मैं, ठीक है। ਜਦੋਂ व्यंजन स्टार्ट किए ਸੀਗੇ ਉਹਦੇ ਵਿੱਚ ਕੀ ਆਪਾਂ वर्गीकरण करना सी ਉਹਨਾਂ ਦਾ।
ਤੇ ਉਹਦੇ ਵਿੱਚ ਸਭ ਤੋਂ ਪਹਿਲਾ ਪਾਰਟ ਇਹੀ ਸੀ ਜਿੰਦੇ ਆਧਾਰ ਤੇ ਆਪਾਂ ਵਰਗੀਕਰਨ ਸਟਾਰਟ ਕੀਤਾ ਸੀ। ਕਲੀਅਰ ਹੈ। ਹੁਣ ਦੇਖੋ ਅਧਿਐਨ ਕੀ ਸਰਲਤਾ ਹੇਤੂ, ਠੀਕ ਹੈ, ਆਪਾਂ ਅਧਿਐਨ ਦੀ ਸਰਲਤਾ ਕਿਵੇਂ ਕਰ ਸਕਦੇ ਹਾਂ ਵਿਅੰਜਨਾਂ ਦੀ, ਮਤਲਬ ਕਹਿ ਲਓ ਇਹਦੀ ਸਿੰਪਲ ਭਾਸ਼ਾ ਦੇ ਵਿੱਚ ਵੀ ਦੱਸ ਦਿੰਦੇ। ਮੰਨ ਲਓ ਆਪਣੇ ਕੋਲ ਕੀ ਹੈ, ਵਿਅੰਜਨ ਹੈ, ਠੀਕ ਹੈ, ਵਿਅੰਜਨ ਕ ਚ ਟ ਤ ਤੇ ਲਾਸਟ ਵਾਲੇ ਦੋ ਵੀ ਆਉਂਦੇ ਆਪਣੇ ਕੋਲੇ ਊਸ਼ਮ ਤੇ ਅੰਤਸਥ, ਐਂ ਹੀ ਆਉਂਦੇ ਆ ਨਾ, ਪਹਿਲੇ ਵਾਲੀ ਲਾਈਨ ਤੇ ਲਾਸਟ ਵਾਲੇ ਊਸ਼ਮ ਹੋ ਗਿਆ ਆਪਣੇ ਕੋਲੇ। ਤਾਂ ਇਹਨਾਂ ਨੂੰ ਉਹਨਾਂ ਨੇ ਕਿਹਾ ਇਹਨਾਂ ਦਾ ਵਰਗੀਕਰਨ ਕਰੀਏ, ਪਰ ਕਰੀਏ ਇਸ ਹਿਸਾਬ ਨਾਲ ਕਿ ਉਹ ਸਰਲ ਲੱਗੇ, ਇਹ ਨਹੀਂ ਕਿ ਬੱਚਿਆਂ ਨੂੰ ਸਮਝ ਨਾ ਆਵੇ। ਤਾਂ ਉਹ ਕਿੰਨੇ ਪਹਿਲਾਂ ਦੇਖੋ ਕਿੰਨੇ ਪਾਰਟਸ ਦੇ ਵਿੱਚ ਕੀਤਾ ਗਿਆ ਸੀ, ਉਹ ਕੀਤਾ ਗਿਆ ਸੀ 3 ਪਾਰਟਸ ਦੇ ਵਿੱਚ। ਕਲੀਅਰ ਹੈ। ਉਹ ਕਿੰਨੇ ਪਾਰਟਸ ਦੇ ਵਿੱਚ ਕੀਤਾ ਗਿਆ ਸੀਗਾ, ਉਹ ਕੀਤਾ ਗਿਆ ਸੀ ਆਪਣੇ ਕੋਲੇ 3 ਪਾਰਟਸ ਦੇ ਵਿੱਚ। ਕਿਹੜੇ ਕਿਹੜੇ 3 ਪਾਰਟਸ ਹੈਗੇ ਸੀ ਆਪਣੇ ਕੋਲੇ, ਸੁਣ ਲਓ। ਪਹਿਲਾ ਪਾਰਟ ਸੀਗਾ ਵਰਗੀ ਵਿਅੰਜਨ, ਠੀਕ ਹੈ। ਦੂਸਰਾ ਪਾਰਟ ਆਪਣੇ ਕੋਲ ਕੀ ਸੀਗਾ, ਜਿਹਨੂੰ ਲਾਸਟ ਤੇ य ਵਾਲੇ ਆ ਜਾਂਦੇ ਆਪਣੇ ਕੋਲੇ, ਅੰਤਸਥ। ਤੇ ਲਾਸਟ ਵਾਲਾ ਉਸ ਤੋਂ ਬਾਅਦ ਕੀ ਹੈ, ਊਸ਼ਮ। ਬਸ ਇਹ ਕੀ ਸਾਰਿਆਂ ਚ ਆ ਜਾਂਦੇ ਆ, ਅਧਿਐਨ ਕੇ ਸਰਲਤਾ ਹੇਤੂ 3 ਪਾਰਟਸ ਆ ਜਾਂਦੇ ਆ ਵਿਅੰਜਨਾਂ ਦੇ, ਠੀਕ ਹੈ। ਹੁਣ ਅਗਲੇ ਕੁਐਸਚਨ ਨਾਲ ਚੱਲਦੇ ਆ। अगला की है, नुक्ता कितने वर्गों के साथ प्रयोग में आता है। लो नुक्ता बारे मैं दसिया सी, लगदा कित्थे है, खड़ी पाई दे थोड़ा जा नीचे लैफ्ट तो, ते जदों ये लगदा उदों किहड़ी भाषा दे शब्द बन जांदे अपने कोले, अरबी ते फारसी दे बन जांदे आ। पहलां किहड़ी दे हुंदे आ, पहलां हुंदे आ हिंदी दे। हुण आपां की पुछिआ कि नुक्ता लगदा किन्ने वर्णां नाल है, वर्ण आऊगा इत्थे, ठीक है, किन्ने वर्णों के साथ लगता है। कंप्यूटर टाइप ऐ ही करदा ने, आपदियां मर्जियां करदा, साडे भी नहीं सुनदा, ठीक है। तो तां मैं नाल नाल दस्सिया ना तुहानूं। नुक्ता कितने वर्णों के साथ लगता है, इनका अपने को राइट आंसर की आऊगा, राइट आंसर अपने को आऊगा इनका 5, ठीक है। मुख 5 वर्णा नाल लगदा है, जिहड़े मुख मन्ने जांदे आंदे, ठीक क्लीयर है ना। तो किहड़े किहड़े आ वो भी नोट कर लो, क नाल, ख नाल, उस तो बाद ग, ज ते फ, इन्हां दे इत्थे मुक्ता लग जांदा, ठीक है। तो ये पहला से हिंदी दे, हुण काहदे बन गए ये, अरबी या फारसी दे। क्लीयर है। चलो हुण आपां चलदे हां नैक्सट क्वेश्चन नाल। नैक्सट क्वेश्चन अपने कोल की हैगा, ऊष्म का मतलब है वर्ण विचार दे। मैं कुछ भी बाहरों नहीं कराई जांदा, जिहड़ा मैं समझाया मैं उहदे विचों कराई जाना। ये भी नहीं कि वर्ण विचार जे लैंथी टॉपिक है तो मैं बाहरों कुछ होर चक लिया, नहीं, मैं उसे चीज़ों चों कराई जाना जिहड़े चीज़ां मैं समझाइयां। ये भी मैं दस्सिया होया कि इहदा मतलब की है। ऑप्शन की है धीरे, तेज, ठंडा, गर्म। तो जे अपने तो कोई पूछ ले, आंसर दस्सण तो पहला मैं तुहानूं दस दिना कि जे तुहाडे तो कोई पूछ ले कि ऊष्म जिहड़े कह लो व्यंजन या ऊष्म वर्ण, ठीक है, ऊष्म वर्ण किन्ने है, ऊष्म वर्णा की संख्या तो की आऊगा, 4 हुंदे आ, ठीक है। ऊष्म वर्णा की जे अपने तो कोई संख्या पूछ ले तो आप राइट आंसर की लावांगे, राइट आंसर लावांगे आप 4 हुंदे आ। किहड़े किहड़े हुंदे आ, श, श्य, स ते ह। ये चारों की है, ये है ऊष्म वर्ण, ठीक है, ऊष्म वर्ण है ये। क्लीयर है। तो मैं तुहानूं दस्सिया सी कि जदों इन्हां नूं बोलदे आ थोड़ी जी गर्म हवा निकलदी है, तो इहदा मतलब की है अपने कोले, इहदा राइट आंसर की है अपने कोले, गर्म, ठीक है। इहदा राइट आंसर अपने कोल की है, ऊष्म का मतलब गर्म वर्ण। जे तुहानूं ये भी पूछ ले कोई, चलो जे बाला ही तुहानूं उलझावे कोई, मैं जिन्ने हद तक डिटेल हो सकती है सारी दसी है ना, एक क्वेश्चन नूं लै गई। गर्म वर्ण किन्ने हुंदे आ, 4 हुंदे आ। ये भी क्लीयर हो गया। किहड़े किहड़े हुंदे, श, श्य, स ते ह। ते इन्हां नूं होर की कहंदे आ नाल, ऊष्म वर्ण। मेन ऊष्म ही दे अकॉर्डिंग पूछा जाऊ जे क्वेश्चन पूछा गया था, पर मैं फिर भी तुहानूं दसता बाद चों तुसीं क्योंकि सर ये तां चीज़ रह गई सी अपनी। हुण आ जाओ अघोष वर्ण नूं पहचानना, ठीक है, अघोष वर्ण नूं पहचानना आपां। तो पहलां सुन लो, 2 हुंदे आ, ये हुंदे किस आधार ते है, 2 तां हुंदे आ, ये हुंदे किस आधार ते है। ये आपां नूं जे तुहानूं कोई कह दे कि कंपन, कंपन के आधार पर, मैं सारे क्वेश्चन दसी ना विच, जे नोट करिए ना तो फिर बहुत वधिया रहोगे तुसीं। कंपन के आधार पर व्यंजनों को या वर्णों को ला लो, चलो व्यंजन इहदे च वर्ण भी आएंगे, सारे ही आएंगे, ठीक है। वर्णों को कितने भाग में बांटा है, कितने प्रकार हैं, कितने भेद हैं, कुछ भी पूछा जा सकता है। तो अपना राइट आंसर क्या होगा, 2। केड़े केड़े है, नंबर 1 ते अपने कोल की है, अघोष, अघोष,
ਤੇ ਨੰਬਰ ਸੈਕਿੰਡ ਤੇ ਆਪਣੇ ਕੋਲ ਕੀ ਹੈ ਸਗੋਸ਼। ਹੁਣ ਇੱਕ ਹੋਰ ਚੀਜ਼ ਦਾ ਧਿਆਨ ਰੱਖਣਾ, ਸਗੋਸ਼ ਨੂੰ ਗੋਸ਼ ਚ ਵੀ ਇਕੱਲੇ ਨੂੰ ਕੱਲਾ ਕਾਊਂਟ ਕਰ ਦਿੰਦੇ ਕਈ ਵਾਰੀ, ਠੀਕ ਹੈ। ਕਈ ਵਾਰੀ ਇਹ ਪੁੱਛ ਲੈਂਦੇ, ਜਿਵੇਂ ਹੁਣ ਮੈਂ ਪੁੱਛਿਆ ਅਗੋਸ਼ ਵਰਨ ਪਹਿਚਾਨੋ, ਉਹ ਸਿੱਧਾ ਹੀ ਪੁੱਛ ਲੈਣਗੇ ਗੋਸ਼ ਵਰਨ ਪਹਿਚਾਨੋ। ਇਹ ਨਾ ਕਨਫਿਊਜ਼ ਹੋ ਜਾਓ, ਉਹ ਗੱਲ ਕਾਹਦੇ ਬਾਰੇ ਕਰ ਰਹੇ ਹੈ, ਸਗੋਸ਼ ਬਾਰੇ ਕਰ ਰਹੇ ਹੈ। ਇਸ ਚੀਜ਼ ਦਾ ਖਾਸ ਧਿਆਨ ਰੱਖਣਾ। ਤੁਸੀਂ ਬਹੁਤ ਜਗ੍ਹਾ ਤੇ ਦੇਖਿਆ ਹੋਊਗਾ ਕੱਲਾ ਗੋਸ਼ ਬਾਰੇ ਪੁੱਛਿਆ ਜਾਂਦਾ ਹੈ। ਹੁਣ ਚੱਲਦੇ ਆਪਾਂ ਅਗੋਸ਼ ਤੇ। ਅਗੋਸ਼ ਵਿੱਚ ਕੀ ਆਉਂਦਾ ਹਮੇਸ਼ਾ, ਅਗੋਸ਼ ਵਿੱਚ ਆਉਂਦਾ ਵਿਅੰਜਨਾਂ ਦਾ ਕੋਈ ਵੀ, ਜਿੰਨੇ ਵੀ ਵਿਅੰਜਨਾਂ ਦੇ 5 ਵਰਗ ਹੈਗੇ ਨਾ, 5 ਵਰਗਾਂ ਦਾ ਪਹਿਲਾ ਤੇ ਦੂਸਰਾ ਵਰਨ ਇਹ ਕਾਹਦੇ ਚ ਆਉਂਦਾ, ਅਗੋਸ਼ ਦੇ ਵਿੱਚ ਆਉਂਦਾ, ਠੀਕ ਹੈ। ਹੁਣ ਪਹਿਲਾ ਦੂਸਰਾ ਇਹਦੇ ਵਿੱਚੋਂ ਕੋਈ ਵੀ ਹੈ ਨਹੀਂ, ਨਾ ਦਾ य ਪਹਿਲਾ, ਪਰ ਮੈਂ ਗੱਲ ਕਰ ਰਿਹਾ ਵਰਗਾਂ ਦੀ, 5 ਵਰਗਾਂ ਦੀ। ਫਿਰ ਤੁਸੀਂ ਕਹੋਗੇ य ਪਹਿਲਾ ਕਿੰਦਾ, ਉਹ ਹੈਗਾ ਅੰਤਸਥ ਦਾ ਹੈਗਾ। ਕਲੀਅਰ ਹੈ। य ਵੀ ਵਿਅੰਜਨਾਂ ਚੋਂ ਵਰਗਾਂ ਚੋਂ ਪਹਿਲਾ ਹੈ ਨਹੀਂ, ਹ ਵੀ ਹੈ ਨਹੀਂ, ਠੀਕ ਹੈ। ਹ ਕਿਹੜੇ ਚ ਆ ਗਿਆ ਆਪਣੇ ਕੋਲੇ, ਹ ਵੀ ਨਹੀਂ ਹੈਗਾ, ਲਾਸਟ ਵਾਲੇ ਚ ਆ ਗਿਆ, ਠੀਕ ਹੈ। ਉਸ਼ਮ ਦਾ ਲਾਸਟ ਵਾਲਾ। ਹੁਣ ਉਸ ਤੋਂ ਬਾਅਦ ਕੀ ਹੈ, ਗ ਵੀ ਹੈ ਨਹੀਂ, ਗ ਕਾਹਦੇ ਚ ਆਉਂਦਾ, ਕ ਖ ਤੇ ਗ ਆ ਗਿਆ ਤੀਸਰੇ ਨੰਬਰ ਤੇ। ਆਪਾਂ ਕਾਹਦੀ ਗੱਲ ਕਰ ਰਹੇ ਹਾਂ ਮੈਂ, ਕਿ ਪਹਿਲੇ 2 ਆਉਂਦੇ ਆ ਇਹਦੇ ਵਿੱਚ। ਹੁਣ ਰਹਿ ਗਿਆ ਆਪਣੇ ਕੋਲੇ ਕੀ ਰਹਿ ਗਿਆ, ਫਿਰ ਆਨਸਰ ਕੀ ਆਊਗਾ ਇਹਦੇ ਵਿੱਚ, 5 ਵਰਗਾਂ ਦੇ ਪਹਿਲੇ 2 ਨੂੰ ਛੱਡ ਕੇ ਨਾਲ ਆਉਂਦੇ ਆ ਸ਼ ਤੇ ਸ, ਆ ਤਿੰਨੇ ਵੀ ਆਉਂਦੇ ਆ, ਠੀਕ ਹੈ। ਇਹਦੇ ਵਿੱਚ ਕੀ ਹੈ, 3 ਵੀ ਆਉਂਦੇ ਆ, ਤੇ ਇਹਨਾਂ ਤਿੰਨਾਂ ਚੋਂ ਵੇਖੋ ਕੋਈ ਹੈਗਾ, ਯੈਸ ਸ਼ ਹੈਗਾ ਆਪਣੇ ਕੋਲ। ਕਲੀਅਰ ਹੈ। ਅਗੋਸ਼ ਵਰਨ ਵੀ ਕਲੀਅਰ ਹੋ ਗਏ ਸਾਰਿਆਂ ਨੂੰ। ਜੇ ਤੁਹਾਨੂੰ ਕੋਈ ਇਹਨਾਂ ਦੀ ਸੰਖਿਆ ਪੁੱਛ ਲੇ ਕਿੰਨੀ ਹੁੰਦੀ ਹੈ, ਲਓ ਇੱਕ ਹੋਰ ਕੁਐਸਚਨ ਬਾਅਦ ਚੋਂ ਨਾ ਕਿਉਂਕਿ ਸਰ ਤੁਸੀਂ ਕੁਝ ਦੱਸਿਆ ਨਹੀਂ, ਤਾਂ ਇੱਕ ਹੋਰ ਚੀਜ਼ ਦੱਸ ਦਿੰਦੇ। ਅਗੋਸ਼ ਹੁੰਦੇ ਕੀ ਆ, ਹੁਣ ਕਈ ਬੱਚੇ ਧਿਆਨ ਚ ਨਹੀਂ ਹੁੰਦੇ, ਜਿੰਨਾ ਵਾਰੀ ਕੰਪਨ ਕੀ ਹੈ ਘੱਟ ਹੋਵੇ, ਠੀਕ ਹੈ। ਅਗੋਸ਼ ਹੁੰਦੇ ਕੀ ਆਪਣੇ ਕੋਲੇ, ਕੰਪਨ ਜਿੰਨਾ ਵਾਰੀ ਘੱਟ ਹੋਵੇ ਜਾਂ ਬਿਲਕੁਲ ਹੀ ਨਾ ਹੋਵੇ, ਠੀਕ ਹੈ। ਹੁਣ ਦੇਖੋ ਪਹਿਲਾ ਤੇ ਦੂਸਰਾ 5 ਵਰਗਾਂ ਦਾ ਕਿੰਨੇ ਬਣ ਗਏ, 10 ਤੇ 3 ਨੇ, ਕਿੰਨੇ ਹੋ ਗਏ ਆਪਣੇ ਕੋਲੇ, ਚਲੋ 13 ਹੀ ਲਾ ਲਓ, 13 ਹੀ ਆਈ ਥਿੰਕ, ਠੀਕ ਹੈ 13 ਹੀ ਆ, ਜੋੜ ਕੇ 13 ਹੀ ਬਣ ਗਏ ਨਾ। 5 ਵਰਗ ਹੋ ਗਏ, 5 ਵਰਗਾਂ ਦਾ ਪਹਿਲਾ ਹੋ ਗਿਆ 2 10 ਤੇ 3 ਆਪਣੇ ਕੋਲ ਸ਼ ਸ ਹੈਗੇ ਆ, ਟੋਟਲ ਕਿੰਨੇ ਹੋ ਗਏ 13। ਜੇ ਤੁਹਾਨੂੰ ਕੋਈ ਇਹ ਵੀ ਪੁੱਛ ਲੇ ਅਗੋਸ਼ ਕਿੰਨੇ ਹੁੰਦੇ ਆ ਹਿੰਦੀ ਵਿੱਚ, ਤਾਂ 13 ਹੁੰਦੇ ਆ। ਚਲੋ ਹੁਣ ਆ ਗਿਆ ਅੱਗੇ, वर्गीय व्यंजनों की संख्या बताओ। सर ਹੁਣ ਵਰਗੀਏ ਕੀ ਆ ਗਿਆ ਵਿੱਚ, ਵਰਗੀਏ ਕੀ ਹੈ। ਜੇ ਤਾਂ ਤੁਸੀਂ ਧਿਆਨ ਨਾਲ ਕਲਾਸ ਲਾ ਰਹੇ ਹੋ, ਸਕਿਪ ਨਹੀਂ ਕਰ ਰਹੇ ਕੁਝ ਵੀ, 1 ਸੈਕਿੰਡ ਵੀ ਸਕਿਪ ਨਹੀਂ ਕਰ ਰਹੇ, ਕਿਉਂਕਿ ਮੈਂ ਕੋਈ ਫालतू ਗੱਲ ਨਹੀਂ ਕਰ ਰਿਹਾ, ਕੋਈ ਐਡਵਰਟਾਈਜ਼ਮੈਂਟ ਲਾਈਕ ਸ਼ੇਅਰ ਕਮੈਂਟ ਨਹੀਂ ਕਹਿ ਰਿਹਾ, ਸਿਰਫ ਤੇ ਸਿਰਫ ਮੈਂ ਪੁਆਇੰਟਾਂ ਬਾਰੇ ਗੱਲ ਕਰ ਰਿਹਾ ਹਿੰਦੀ ਦੇ। ਤਾਂ ਵਰਗੀਏ ਕੀ ਹੁਣੇ ਗੱਲ ਕੀਤੀ ਸੀ ਨਾ, ਹੁਣੇ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀ ਕਿ अध्ययन हेतु, ठीक है, अध्ययन हेतु व्यंजनों को कितने भागों में बांटा गया, 3 भागों में। पहला भाग केड़ा सीगा, वर्गीय। दूजा भाग केड़ा सीगा, अंतस्थ। ते तीजा केड़ा सीगा, तीजा अपने को लाई ऊष्म। हुण वर्गीय की गल की गई है, वर्गीय व्यंजनों की उनकी संख्या पूछी गई है। हुण वेखो क्वेश्चन मोल्ड करके पाया गया। तो हुण मैनूं दसो कि किन्ने वर्ग हुंदे आ हिंदी च, 5 वर्ग हुंदे आ। 5 च किन्ने वर्ण हुंदे आ, 5। 5 गुणा 5 25, 25 है अपने को ऑप्शन दे विच। अपना राइट आंसर की आ गया 25 आ गया। वर्ण किहड़े किहड़े, वर्ग किहड़े किहड़े हुंदे आ, क च ट त। कुछ नहीं छड्डना, कुछ भी डिटेल नहीं रहन देनी थोड़ी। फिर मैनू तुसी ये ना कहो कि सर ये चीज़ रह गई, क्योंकि मैं तुहानूं दस रहा, जे तुसी स्किप कर रहे हो वीडियो नूं, 1 सैकेंड भी स्किप करता ना वीडियो का, समझो बहुत चीज़ां मिस करतियां तुसीं। हुण इहदे विच ही मैं तुहानूं 4-5 चीज़ां दस चुकिया। चलो अगे चलदे हां। अघोष की गल कर ली कीती सी ना, सघोष की करन लगे हां। पहला मैं की कहा सीगा कि अघोष किहड़े किहड़े आंदे, ये भी सुन लो हुण दोबारा फिर रिवीजन। अघोष आंदे पहला ते दूसरा वर्ण 5 वर्गां दा, ठीक है। नाल की है श श ते स। क्लीयर है ना। हुण सघोष बारे गल करते हैं। सघोष च पहला 2 तो उन्हें लै ले, तीजा चौथा ते 5वां वर्ण आ गया। होर इहदे विच की आंदा, श श स आ गया सीगा। इन्हां दा चौथा वर्ण किहड़ा सीगा, वो है ह। हुण इन्हां नूं आपां की कह दिंदे आ, ऊषम। ते ऊषम दे नाल अंतस्थ भी सारे इन्हां विच आ गए, अंतस्थ भी आ गए, ठीक है। किहड़े हुंदे आ, य र ल व वाले यही हुंदे आ ना जिहड़े अंतस्थ हुंदे, य र ल व। हुण ह भी इहदे विच आ गया। लास्ट ते अपने कोल वर्णमाला दे विच की रह गए, स्वर रह गए। स्वर किन्ने हुंदे आ, 11 हुंदे आ। हुण कर लो काउंट, डिटेल दसी इन्हां ना मैं, हुण इन्हां नूं काउंट कर लो। ये किन्ने आ, 1। ये किन्ने आ, 1 प्लस ये किन्ने आ, 4। जे तुहाडे कोई ये भी पूछ ले अंतस्थ की संख्या दसो, तो भी 4 है। स्वर किन्ने आ, 11। हुण इन्हां नूं काउंट किवें करांगे, वर्ग किन्ने आ, 5।
1 2 3 ਕਿੰਨੇ ਵਰਨ ਲਏ ਹਰੇਕ ਵਰਗ ਦੇ 15 ਇਹ ਹੋ ਗਏ। ਕਿੰਨੇ ਆ ਗਏ ਆਪਣੇ ਕੋਲੇ 15 ਹੋ ਗਏ। ਹੁਣ ਇਹਨਾਂ ਨੂੰ ਕਾਊਂਟ ਕਰ ਲਓ 15 11 26 26 ਤੇ 5 ਕਿੰਨੇ ਹੋ ਗਏ ਆਪਣੇ ਕੋਲੇ 31। ਰਾਈਟ ਆਂਸਰ ਕੀ ਆ ਗਿਆ? ਕਲੀਅਰ ਹੋ ਗਿਆ ਸਾਰਿਆਂ ਨੂੰ? ਦੇਖੋ ਬਰੀਕੀ 'ਚ ਜਿੰਨਾ ਕੋਸ਼ਿਸ਼ ਹੁੰਦੀ ਹੈ ਮੈਂ ਦੱਸਦਾ, ਪਰ ਤੁਸੀਂ ਮੈਨੂੰ ਕਮੈਂਟ ਲਾਈਕ ਸ਼ੇਅਰ ਤਾਂ ਚਲੋ ਬਾਅਦ ਦੀ ਗੱਲ ਹੈ, ਕਮੈਂਟ ਜ਼ਰੂਰ ਕਰ ਦਿਆ ਕਰੋ ਕਿ ਸਰ ਇਹ ਚੀਜ਼ ਰਹਿ ਗਈ ਜਾਂ ਇਹ ਚੀਜ਼ ਸਾਨੂੰ ਬਹੁਤ ਵਧੀਆ ਲੱਗੀ। ਇਹ ਚੀਜ਼ਾਂ ਜ਼ਰੂਰ ਦੱਸ ਕੇ ਜਾਇਆ ਕਰੋ ਤਾਂ ਜੋ ਮੈਨੂੰ ਕੀ ਹੈ ਹੋਰ ਕੁਛ ਨਹੀਂ, ਮੈਨੂੰ ਚਾਹੀਦਾ ਕਿ ਸਿਰਫ ਕੋਈ ਪੇਡ ਨਹੀਂ ਤੁਹਾਡਾ, ਸਿਰਫ ਮੋਟੀਵੇਸ਼ਨ ਚਾਹੀਦੀ ਹੈ ਕਿ ਬੱਚਿਆਂ ਨੂੰ ਵਾਕਈ ਮੇਰਾ ਵਰਕ ਪਸੰਦ ਆ ਰਿਹਾ। ਮੈਂ ਜਿੰਨਾ ਕੁਆਲਿਟੀ ਤੁਹਾਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦਾ ਮੈਂ ਕਰ ਰਿਹਾ ਕਿ ਨਹੀਂ, ਇਹ ਚੀਜ਼ਾਂ ਤੁਸੀਂ ਦੱਸਣੀਆਂ। ਹੁਣ ਆ ਗਿਆ ਆਪਣੇ ਕੋਲੇ ਮੋਸਟ ਇੰਪੋਰਟੈਂਟ ਇੱਕ ਹੋਰ ਕੁਐਸਚਨ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ? ਪ੍ਰਕੰਪਿਤ ਵਰਨ ਪੁੱਛਿਆ ਕਿਹੜਾ? ਢ ਡ ਲ ਰ। ਆਪਣੇ ਕੋਲ ਰਾਈਟ ਆਂਸਰ ਕੀ ਆਊਗਾ? ਸਾਰੇ ਹੀ ਦੱਸ ਦੂੰਗਾ ਮੈਂ, ਬੇਫਿਕਰ ਹੋ ਜਾਓ। ਆਪਸ਼ਨਾਂ ਮੈਂ ਫਾਲਤੂ ਕੋਈ ਨਹੀਂ ਪਾਈ, ਸਾਰੀਆਂ ਡਿਟੇਲਡ ਦੇ ਵਿੱਚ ਗੱਲ ਕਰਾਂਗੇ ਆਪਾਂ, ਪੂਰੀ ਡਿਟੇਲ ਦੱਸੂਗਾ ਕਿ ਕਿਉਂ ਆਇਆ, ਕਿਵੇਂ ਆਇਆ, ਕਿੱਥੋਂ ਆਇਆ, ਕੀ ਕਹਿੰਦੇ ਆ, ਕਿੰਨੇ ਪ੍ਰਕਾਰ ਦੇ ਹੁੰਦੇ ਆ, ਇੱਕ ਇੱਕ ਚੀਜ਼ ਦੱਸੂਗਾ। ਜਿਹੜੇ ਬੱਚੇ ਤਾਂ ਪੁਰਾਣੇ ਜੁੜੇ ਆ ਮੇਰੇ ਨਾਲ ਕਲਾਸਾਂ ਲਾ ਰਹੇ ਆ ਜਿਹਦੇ ਉਹਨਾਂ ਨੂੰ ਤਾਂ ਪਤਾ ਇਸ ਗੱਲ ਦਾ। ਤਾਂ ਹੁਣ ਪ੍ਰਕੰਪਿਤ ਕਿਹੜੇ ਆਪਣੇ ਕੋਲੇ? ਰ। ਤਾਂ ਹੁਣ ਸਰ ਬਾਕੀ 3 ਆਪਸ਼ਨਾਂ ਕਿਉਂ ਪਾਈਆਂ? ਬਾਕੀ 3 ਆਪਸ਼ਨਾਂ ਵੀ ਦੱਸਦਾ ਕੀ ਹੁੰਦੀਆਂ। ਹੁਣ ਦੇਖੋ ਇਹ ਕੀ ਹੈ? ਪ੍ਰਕੰਪਿਤ। ਇਹਦਾ ਪਤਾ ਲੱਗ ਗਿਆ ਪ੍ਰਕੰਪਿਤ ਕਿੰਨੇ ਆ? 1 ਹੁੰਦਾ, ਠੀਕ ਹੈ, ਹੋਰ ਕੋਈ ਨਹੀਂ ਹੁੰਦਾ ਇਹਦੇ ਨਾਲ ਰਲਦਾ ਮਿਲਦਾ। ਹੁਣ ਆ ਗਿਆ ਆਪਣੇ ਕੋਲੇ ਲ। ਇਹਨੂੰ ਆਪਾਂ ਕੀ ਕਹਿ ਦਿੰਦੇ ਆ? ਪਾਰਸ਼ਵਿਕ, ਠੀਕ ਹੈ। ਪਾਰਸ਼ਵਿਕ ਕਿੰਨੇ ਹੁੰਦੇ ਆ? 1 ਹੀ ਹੁੰਦਾ। ਜੇ ਪਾਰਸ਼ਵ ਦਾ ਮਤਲਬ, ਪਾਰਸ਼ ਦਾ ਮਤਲਬ ਹੁੰਦਾ ਕੀ ਹੈ? ਪਾਰਸ਼ ਦਾ ਮਤਲਬ ਆਪਣੇ ਕੋਲ ਹੁੰਦਾ, ਠੀਕ ਹੈ, ਕਿਨਾਰਾ ਜਾਂ ਬਗਲ, ਜਿਹਨੂੰ ਕਹਿ ਦਿੰਦੇ ਤੁਸੀਂ। ਹੁਣ ਸਰ ਅੜ ਤੇ ੜ ਆ ਕੀ ਹੈ? ਇਹ ਜਦੋਂ ਇਹਨਾਂ ਦੇ ਵਿੱਚ ਆਪਣੇ ਕੋਲ ਕੀ ਹੈ? ਤਾੜਨ ਜਾਂ ਚਿੰਨ੍ਹ ਲੱਗ ਜਾਂਦਾ, ਤਾੜਨ ਜਾਤ ਜਾਂ ਉਤਕਸ਼ਿਪਤ ਚਿੰਨ੍ਹ ਲੱਗ ਜਾਂਦਾ, ਉਦੋਂ ਕੀ ਬਣ ਜਾਂਦੇ ਆ? ਤਾੜਨ ਜਾਤ ਵਰਨ ਬਣ ਜਾਂਦੇ ਆ, ਠੀਕ ਹੈ। ਤਾਂ ਇਸ ਤੋਂ ਬਾਅਦ ਬਸ ਅੱਜ ਇੰਨਾ ਬਹੁਤ ਹੈ, ਕਿਉਂਕਿ ਵੀਡੀਓ ਫਿਰ ਜ਼ਿਆਦਾ ਲੈਂਥੀ ਹੋ ਜੂਗੀ ਜੇ ਆਪਾਂ ਜ਼ਿਆਦਾ ਮੈਂ ਉਹ ਕੰਮ ਨਹੀਂ ਕਰਨਾ ਕਿ ਤੁਹਾਨੂੰ ਵੀਡੀਓ ਦੇ ਵਿੱਚ ਕੀ ਹੈ, ਦੁਬਾਰਾ ਫਿਰ ਸੁਣ ਲਓ ਕਿ ਤੁਹਾਨੂੰ ਵੀਡੀਓ ਦੇ ਵਿੱਚ ਕੀ ਹੈ ਐਵੇਂ ਲਿਖਦਾ ਕਿ 1 ਘੰਟੇ 'ਚ ਮੈਂ ਕਰਾ ਦੂੰ 100 MCQ। ਮੈਂ ਕਰਾ ਵੀ ਦੂੰ, ਮੈਂ 200 ਵੀ ਕਰਾ ਦੂੰਗਾ, ਪਰ ਉਹਦਾ ਕੋਈ ਫਾਇਦਾ ਨਹੀਂ ਕਿ ਮੈਂ ਪਹਿਲਾਂ ਦੱਸੀ ਚੱਲਾਂ, ਪਿਛਲਾ ਮਿਸ ਹੋਈ ਚੱਲੇ। ਮੇਰੀ ਆਦਤ ਇਹ ਹੋ ਗਈ ਹੁਣ, ਪਹਿਲਾਂ ਨਾਲੋਂ ਇੰਪਰੂਵਮੈਂਟ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ ਆਪਣੇ ਵਿੱਚ ਕਿ MCQ ਕਰਾਵਾਂ। ਮੰਨ ਲਓ ਪਹਿਲਾਂ ਕਰਾਤਾ, ਪਹਿਲੇ ਨੂੰ ਫਿਰ 5ਵੇਂ ਨਾਲ ਜੋੜ ਕੇ ਤੁਹਾਨੂੰ ਪਹਿਲਾਂ ਵੀ ਰਿਵਾਈਜ਼ ਕਰਾਦਾ ਨਾਲ ਹੀ। ਮਤਲਬ ਕਈ ਬੱਚੇ ਕੀ ਹੁੰਦੇ ਸਕਿਪ ਹੋ ਜਾਂਦਾ ਕਈ ਵਾਰੀ, ਤੇ ਨਾਲ 5ਵਾਂ ਵੀ ਕਰਾਦਾ। ਫਿਰ ਮੇਰੀ ਕਹਿ ਲਓ ਕਿ 101% ਗਰੰਟੀ ਇਹ ਚੀਜ਼ਾਂ ਤੁਸੀਂ ਭੁੱਲਦੇ ਹੀ ਨਹੀਂ ਜਿਹੜੀਆਂ ਮੈਂ ਦੱਸ ਚੁੱਕਿਆ। ਤਾਂ ਜਿਹੜੇ ਬੱਚੇ ਸ਼ੁਰੂ ਤੋਂ ਕਲਾਸ ਲਾ ਰਹੇ ਆ ਉਹਨਾਂ ਦਾ ਇਸ ਚੀਜ਼ ਦਾ ਪਤਾ ਹੈ। ਚਲੋ ਮਿਲਦੇ ਆ ਨੈਕਸਟ ਕਲਾਸ ਦੇ ਵਿੱਚ, ਪੰਜਾਬੀ ਦੀ ਕਲਾਸ ਵੀ ਲਾ ਲਿਓ। ਤਾਂ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ। ਕੋਈ ਡਾਊਟ ਵਗੈਰਾ ਹੋਵੇ ਤਾਂ ਪਲੀਜ਼ ਕਮੈਂਟ ਇੱਕ ਅੱਧਾ ਜ਼ਰੂਰ ਕਰ ਦਿਆ ਕਰੋ ਤਾਂ ਜੋ ਮੈਨੂੰ ਮੋਟੀਵੇਟ ਹੁੰਦਾ ਰਵਾਂ, ਮੋਟੀਵੇਸ਼ਨ ਮਿਲਦੀ ਰਹੇ। ਬਹੁਤ ਬਹੁਤ ਸ਼ੁਕਰੀਆ।